ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਓਨਟਾਰੀਓ ਦੇ ਵਿੱਚ ਲਾਕਡਾਊਨ ਦੀ ਉੱਠੀ ਮੰਗ, ਮਰੀਜ਼ਾਂ ਦੇ ਨਾਲ ਭਰੇ ਹਸਪਤਾਲ। ਡਗ ਫੋਰਡ ਦਾ ਵੱਡਾ ਐਲਾਨ, ਲੌਂਗ ਟਰਮ ਬਾਰੇ ਕੀਤਾ ਗਿਆ ਐਲਾਨ। ਕੈਨੇਡਾ ਦੇ ਵਿੱਚ ਪੰਜਾਬੀ ਔਰਤ ਦੀ ਹੋਈ ਮੌਤ, ਡਿਲੀਵਰੀ ਵੈਨ ਨੇ ਮਾਰੀ ਟੱਕਰ। BC ਦੇ ਵਿੱਚ ਕੋਰੋਨਾ ਪੋਜ਼ਿਟਿਵ ਮਾਂ ਮਿਲੀ ਆਪਣੇ ਬੱਚੇ ਨੂੰ, ਸੀ ਸੈਕਸ਼ਨ ਦੇ ਰਾਹੀਂ ਦਿੱਤਾ ਸੀ ਬੱਚੇ ਨੂੰ ਜਨਮ। ਜੋ ਬਾਈਡਨ ਅਗਲੇ ਹਫ਼ਤੇ ਲਗਾਉਣਗੇ ਕੋਰੋਨਾ ਟੀਕਾ, ਲੋਕਾਂ ਦੇ ਡਰ ਨੂੰ ਖਤਮ ਕਰਨ ਦੇ ਲਈ ਚੁੱਕਿਆ ਗਿਆ ਇਹ ਕਦਮ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਕਿੰਨੇ ਆਏ ਮਾਮਲੇ ਸਾਹਮਣੇ। ਕੈਨੇਡਾ ਤੋਂ ਇੱਕ ਪੰਜਾਬੀ ਔਰਤ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਇਸ ਔਰਤ ਦਾ ਨਾਮ ਪਰਮਜੀਤ ਦੱਸਿਆ ਜਾ ਰਿਹਾ ਹੈ। ਆਪਣੀਆਂ 2 ਬੱਚੀਆਂ ਦੇ ਨਾਲ ਸੈਰ ਕਰ ਰਹੀ ਸੀ ਸਰੀ ਦੇ ਵਿੱਚ। ਅਚਾਨਕ ਹੀ ਇੱਕ ਡਿਲੀਵਰੀ ਵੈਨ ਉੱਥੇ ਆਈ, ਜਿਸ ਨਾਲ ਟਕਰਾਉਣ ਨਾਲ ਇਸ ਔਰਤ ਦੀ ਮੌਤ ਹੋ ਗਈ। ਇਹ ਪਤਾ ਚੱਲਿਆ ਹੈ ਕਿ ਜਦੋਂ ਇਹ ਘਟਨਾ ਵਾਪਰੀ ਸੀ ਉਸ ਸਮੇਂ ਜੋ ਔਰਤ ਨੇ ਕਿਸੇ ਨਾ ਕਿਸੇ ਤਰੀਕੇ ਆਪਣੀ ਬੱਚੀਆਂ ਦੀ ਜਾਨ ਬਚਾ ਲਈ। ਉਸਨੇ ਉਹਨਾਂ ਬੱਚੀਆਂ ਨੂੰ ਧੱਕਾ ਦੇ ਦਿੱਤਾ, ਜਿਸ ਤੋਂ ਬਾਅਦ ਉਹਨਾਂ ਦਾ ਬਚਾਅ ਹੋ ਗਿਆ, ਪਰ ਇਸ ਔਰਤ ਨੂੰ ਨਹੀਂ ਬਚਾਇਆ ਜਾ ਸਕਿਆ। ਪੁਲਿਸ ਵੱਲੋਂ ਅਜੇ ਇਸ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਅਚਾਨਕ ਇਹ ਜਿਹੜੀ ਵੈਨ ਸੀ, ਡਿਲੀਵਰੀ ਵੈਨ, ਇਸ ਤਰ੍ਹਾਂ ਜੋ ਆ ਕੇ ਟਕਰਾਈ ਹੈ ਕਿ ਔਰਤ ਦੀ ਮੌਤ ਹੋ ਗਈ। ਖਬਰ ਕੈਨੇਡਾ ਤੋਂ ਸਾਹਮਣੇ ਆਈ, ਜਿੱਥੇ ਰਨਵੇ ਡਿਲੀਵਰੀ ਵੈਨ ਦੇ ਨਾਲ ਟਕਰਾਉਣ ਦੇ ਨਾਲ 2 ਬੱਚਿਆਂ ਦੀ ਮਾਂ ਦੀ ਮੌਤ ਹੋ ਗਈ। ਮਰਨ ਵਾਲੀ ਔਰਤ ਪੰਜਾਬੀ ਮੂਲ ਦੀ ਹੈ, ਜਿਸ ਦਾ ਨਾਮ ਪਰਮਜੀਤ ਮਸੂਟਾ ਹੈ। ਇਹ 48 ਸਾਲਾ ਔਰਤ ਆਪਣੀਆਂ ਬੱਚੀਆਂ ਦੇ ਨਾਲ ਸਰੀ ਦੇ ਵਿੱਚ ਸੈਰ ਕਰ ਰਹੀ ਸੀ। ਉਸ ਸਮੇਂ ਅਚਾਨਕ ਰਨਵੇ ਡਿਲੀਵਰੀ ਵੈਨ ਉਹਨਾਂ ਵੱਲ ਆਈ। ਇਸ ਔਰਤ ਨੇ ਆਪਣੀਆਂ ਬੱਚੀਆਂ ਦਾ ਹੱਥ ਫੜਿਆ ਹੋਇਆ ਸੀ ਅਤੇ ਕਿਸੇ ਤਰੀਕੇ ਉਸਨੇ ਆਪਣੀਆਂ ਬੱਚੀਆਂ ਨੂੰ ਧੱਕਾ ਮਾਰ ਕੇ ਉਹਨਾਂ ਦੀ ਜਾਨ ਬਚਾ ਲਈ। ਇਸ ਘਟਨਾ ਤੋਂ ਬਾਅਦ ਪਰਿਵਾਰ ਦੇ ਵਿੱਚ ਦੁੱਖ ਦੀ ਲਹਿਰ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਹੈ ਕਿ ਪਰਮਜੀਤ ਇੱਕ ਚੰਗੀ ਪ੍ਰੋਟੈਕਟਿਵ ਮਾਂ ਸੀ। ਪਰਿਵਾਰ ਦੇ ਲਈ ਅਜੇ ਪਰਮਜੀਤ ਦੀ ਮੌਤ ਨੂੰ ਮੰਨਣਾ ਔਖਾ ਹੈ। ਫਾਇਰ ਫਾਈਟਰਸ ਅਤੇ ਪੈਰਾਮੈਡਿਕਸ ਨੇ ਪਰਮਜੀਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਬਚਾ ਨਹੀਂ ਸਕੇ। ਇਸ ਕ੍ਰਿਸਮਸ ਦੇ ਮੌਕੇ ਉਸਨੇ 49 ਸਾਲ ਦੀ ਹੋਣਾ ਸੀ। ਇਸ ਘਟਨਾ ਦੀ ਜਾਂਚ RCMP ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਵੇਂ ਇਹ ਡਿਲੀਵਰੀ ਵੈਨ ਇੱਥੇ ਆ ਗਈ। ਡਰਾਈਵਰ ਨੂੰ Amazon ਨੇ ਹਾਇਰ ਕੀਤਾ ਹੋਇਆ ਸੀ। ਇਸ ਮੌਕੇ ਤੇ RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਇਸ ਘਟਨਾ ਦਾ ਵਿਟਨੈਸ ਹੈ ਤਾਂ ਉਹਨਾਂ ਦੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰੇ, ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਅਚਾਨਕ ਸੈਰ ਕਰ ਰਹੀ ਪਰਮਜੀਤ ਅਤੇ ਉਹਨਾਂ ਦੀਆਂ ਬੱਚੀਆਂ ਕੋਲ ਇਹ ਡਿਲੀਵਰੀ ਵੈਨ ਕਿਵੇਂ ਆ ਗਈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਅਗਲੇ ਹਫ਼ਤੇ ਕੋਵਿਡ-19 ਵੈਕਸੀਨ ਲਗਵਾਉਣ ਜਾ ਰਹੇ ਹਨ। ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਸ਼ੁੱਕਰਵਾਰ ਨੂੰ, ਜਾਣੀ ਕਿ ਕੱਲ੍ਹ ਨੂੰ, ਕੋਵਿਡ ਦੇ ਇਹ ਸ਼ਾਟਸ ਲੈਣਗੇ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ, ਪਰ ਇੱਕ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਆਮ ਨਾਗਰਿਕ ਜਿਹੜੇ ਨੇ ਉਹਨਾਂ ਦੇ ਮਨ ਵਿੱਚ ਡਰ ਹੈ ਤੇ ਉਹ ਕੋਵਿਡ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ। ਇਹਨਾਂ ਲੋਕਾਂ ਦੇ ਜੋ ਕੌਨਫੀਡੈਂਸ ਹੈ ਉਸ ਨੂੰ ਬੂਸਟ ਕੀਤਾ ਜਾਵੇ, ਅਜਿਹੇ ਲਈ ਜੋ ਬਾਈਡਨ ਵੱਲੋਂ ਤੇ ਜੇ ਵਾਈਸ ਪ੍ਰੈਜ਼ੀਡੈਂਟ ਵੱਲੋਂ ਕਦਮ ਚੁੱਕਿਆ ਜਾ ਰਿਹਾ ਹੈ। ਬਾਕੀ ਤੁਹਾਨੂੰ ਗੱਲ ਦੱਸਦੇ ਹਾਂ, ਜਾਣਕਾਰੀ ਦੱਸਦੇ ਹਾਂ ਇਸ ਖਬਰ ਦੇ ਵਿੱਚ। ਅਗਲੇ ਹਫ਼ਤੇ ਜੋ ਬਾਈਡਨ ਕੋਰੋਨਾ ਵੈਕਸੀਨ ਲਗਵਾਉਣਗੇ ਅਤੇ ਪੈਂਸ ਸ਼ੁੱਕਰਵਾਰ ਨੂੰ ਕੋਵਿਡ ਡੋਜ਼ ਲੈਣਗੇ। ਅਮਰੀਕਾ ਦੇ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਦੱਸੀਏ ਕਿ ਅਮਰੀਕਾ ਦੇ ਅੰਦਰ FDA ਨੇ ਇਸ ਟੀਕੇ ਨੂੰ ਅਪਰੂਵਲ ਦਿੱਤਾ, ਜਿਸ ਤੋਂ ਬਾਅਦ ਕੋਰੋਨਾ ਵੈਕਸੀਨ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ। ਨਿਊਯਾਰਕ ਦੇ ਵਿੱਚ ਇਹ ਪਹਿਲਾ ਵੈਕਸੀਨ ਇੱਕ ਨਰਸ ਨੂੰ ਦਿੱਤਾ ਗਿਆ। ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕ ਹਨ ਜੋ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਕੋਵਿਡ ਟੀਕਾ ਲਗਾਉਣਾ ਨਹੀਂ ਚਾਹੁੰਦੇ। ਪਬਲਿਕ ਦੇ ਵਿੱਚ ਕੌਨਫੀਡੈਂਸ ਦੇ ਲਈ US ਅਥਾਰਟੀਜ਼ ਨੇ ਇੱਕ ਕਦਮ ਚੁੱਕਿਆ ਹੈ, ਜਿਸ ਦੇ ਚੱਲਦਿਆਂ ਖੁਦ ਜੋ ਬਾਈਡਨ ਇੱਕ ਕੋਵਿਡ ਵੈਕਸੀਨ ਲੈਣ ਜਾ ਰਹੇ ਹਨ। ਵਾਈਟ ਹਾਊਸ ਨੇ ਜਾਣਕਾਰੀ ਦਿੱਤੀ ਹੈ ਕਿ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਸ਼ੁੱਕਰਵਾਰ ਨੂੰ ਟੀਕਾ ਲਗਵਾਉਣਗੇ। ਬਾਈਡਨ ਅਤੇ ਪੈਂਸ ਦੋਵੇਂ ਜਾਣੇ ਪਬਲਿਕਲੀ ਸ਼ਾਟਸ ਲੈਣਗੇ, ਤਾਂ ਕਿ ਆਮ ਲੋਕਾਂ ਦਾ ਕੌਨਫੀਡੈਂਸ ਬੂਸਟ ਹੋ ਸਕੇ। ਜੋ ਜਾਣਕਾਰੀ ਹਾਸਲ ਹੋਈ ਹੈ ਉਸ ਦੇ ਮੁਤਾਬਕ ਅਗਲੇ ਸਾਲ ਤੱਕ ਆਮ ਲੋਕਾਂ ਦੇ ਲਈ ਇੱਕ ਕੋਵਿਡ ਸ਼ਾਟਸ ਉਪਲਬਧ ਹੋ ਜਾਣਗੇ। ਜੋ ਬਾਈਡਨ ਨੇ ਕਿਹਾ ਹੈ ਕਿ ਉਹ ਇਸ ਦੇ ਲਈ ਵੈਕਸੀਨ ਨਹੀਂ ਲਗਾਉਣਾ ਚਾਹੁੰਦੇ ਕਿ ਉਹ ਅੱਗੇ ਆ ਕੇ ਲਗਵਾਉਣ, ਬਲਕਿ ਅਮਰੀਕੀ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਇਹ ਵੈਕਸੀਨ ਬਿਲਕੁਲ ਸੇਫ ਹੈ। ਦੱਸ ਦਈਏ ਕਿ ਜਨਵਰੀ 20 ਨੂੰ ਜੋ ਬਾਈਡਨ ਅਗਲੇ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕਣ ਜਾ ਰਹੇ ਹਨ ਤੇ ਉਹਨਾਂ ਵਾਸਤੇ ਵੀ ਕਿਤੇ ਨਾ ਕਿਤੇ ਇਹ ਚੁਣੌਤੀਪੂਰਨ ਹੈ ਕਿ ਜੋ ਹਾਲਾਤ ਕੋਵਿਡ-19 ਦੇ ਅਮਰੀਕਾ ਦੇ ਵਿੱਚ ਬਣੇ ਹੋਏ ਹਨ ਉਹਨਾਂ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕੇ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਹੁਣ ਤੱਕ 3 ਲੱਖ ਤੋਂ ਵੱਧ ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।
ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਮਾਂ ਕੋਵਿਡ ਪੋਜ਼ਿਟਿਵ ਪਾਈ ਗਈ, ਵੈਂਟੀਲੇਟਰ ਦੇ ਉੱਪਰ ਸੀ ਤੇ ਉਸਨੇ ਸੀ ਸੈਕਸ਼ਨ ਦੇ ਰਾਹੀਂ ਆਪਣੇ ਬੱਚੇ ਨੂੰ ਜਨਮ ਦਿੱਤਾ ਤੇ ਆਖਿਰਕਾਰ ਇਹ ਬੱਚਾ ਹੁਣ ਕਾਫੀ ਸਮੇਂ ਬਾਅਦ ਉਸ ਦੀਆਂ ਬਾਹਾਂ ਦੇ ਵਿੱਚ ਹੈ। ਕੀ ਨਾਮ ਹੈ ਇਸ ਔਰਤ ਦਾ, ਕੀ ਇਸ ਬੱਚੇ ਦਾ ਨਾਮ ਰੱਖਿਆ ਗਿਆ, ਕਿਸ ਤਰ੍ਹਾਂ ਇਹ ਪੂਰੀ ਜੋ ਪ੍ਰੋਸੈਸ ਹੈ ਹੋ ਸਕਿਆ, ਉਹ ਪੂਰੀ ਇਨਫੋਰਮੇਸ਼ਨ ਤੁਹਾਨੂੰ ਦੇਵਾਂਗੇ ਇਸ ਖਬਰ ਦੇ ਵਿੱਚ। ਖਬਰ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਈ ਹੈ ਜਿੱਥੇ ਕੋਵਿਡ ਪੋਜ਼ਿਟਿਵ ਮਾਂ ਨੇ ਆਪਣੇ ਬੱਚੇ ਨੂੰ ਸੀ ਸੈਕਸ਼ਨ ਦੇ ਰਾਹੀਂ ਜਨਮ ਦਿੱਤਾ ਅਤੇ ਹੁਣ ਆਖਿਰਕਾਰ ਉਹ ਆਪਣੇ ਨਵਜੰਮੇ ਬੱਚੇ ਨੂੰ ਬਾਹਾਂ ਦੇ ਵਿੱਚ ਲੈ ਸਕੀ ਹੈ। ਮਿਡ ਨਵੰਬਰ ਦੇ ਵਿੱਚ ਇਸ ਔਰਤ ਨੇ ਸੀ ਸੈਕਸ਼ਨ ਦੇ ਜ਼ਰੀਏ ਆਪਣੇ ਬੱਚੇ ਨੂੰ ਜਨਮ ਦਿੱਤਾ ਅਤੇ ਇਹ ਔਰਤ ਖੁਦ ਵੈਂਟੀਲੇਟਰ ਦੇ ਉੱਪਰ ਸੀ ਕਿਉਂਕਿ ਉਸ ਨੂੰ ਕਰੋਨਾ ਵਾਇਰਸ ਹੋ ਗਿਆ ਸੀ। ਇਸ ਔਰਤ ਦਾ ਨਾਮ ਗਿਲੀਅਨ ਦੱਸਿਆ ਜਾ ਰਿਹਾ ਹੈ। 37 ਸਾਲਾ ਔਰਤ ਐਬਸਫੋਰਡ ਹਸਪਤਾਲ ਦੇ ਵਿੱਚ ICU ਦੇ ਵਿੱਚ ਦਾਖਲ ਸੀ। ਉਸ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਗਈ, ਜਿਸ ਤੋਂ ਬਾਅਦ ਆਪਣੇ ਬੱਚੇ ਨੂੰ ਉਸਨੇ ਬਾਹਾਂ ਦੇ ਵਿੱਚ ਭਰਿਆ। ਇਸ ਬੱਚੇ ਦਾ ਨਾਮ ਟ੍ਰੈਵਿਸ ਲੈਰ ਰੱਖਿਆ ਗਿਆ ਹੈ। ਨਵੰਬਰ 6 ਨੂੰ ਇਸ ਔਰਤ ਦੀ ਰਿਪੋਰਟ ਪੋਜ਼ਿਟਿਵ ਆਈ। ਇਸ ਤੋਂ ਬਾਅਦ ਉਸ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋਈ। ਇਸ ਪਰੇਸ਼ਾਨੀ ਦੇ ਚੱਲਦਿਆਂ ਉਹ ਹਸਪਤਾਲ ਗਈ ਜਿੱਥੇ ਉਸ ਦਾ COVID-19 ਦਾ ਟੈਸਟ ਕੀਤਾ ਗਿਆ ਤੇ ਜਿਸ ਵਿੱਚ ਪਤਾ ਚੱਲਿਆ ਕਿ ਇਹ ਔਰਤ ਕਰੋਨਾ ਪੋਜ਼ਿਟਿਵ ਹੈ। ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਨਾ ਪਿਆ ਅਤੇ ਉਹ ICU ਦੇ ਵਿੱਚ ਦਾਖਲ ਸੀ। ਸੀ ਸੈਕਸ਼ਨ ਦੇ ਰਾਹੀਂ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਇਸ ਔਰਤ ਨੂੰ ਬੱਚੇ ਨੂੰ ਮਿਲਣ ਦੇ ਲਈ ਕਾਫੀ ਜ਼ਿਆਦਾ ਇੰਤਜ਼ਾਰ ਕਰਨਾ ਪਿਆ ਤੇ ਆਖਿਰਕਾਰ ਹੁਣ ਇਹ ਬੱਚਾ ਆਪਣੀ ਮਾਂ ਦੀਆਂ ਬਾਹਾਂ ਦੇ ਵਿੱਚ ਹੈ। ਦੁਨੀਆ ਤੇ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਸੇਵਾ ਤਾਂ ਕਰਦੇ ਨੇ, ਕਿਸੇ ਦੀ ਮਦਦ ਤਾਂ ਕਰਦੇ ਨੇ, ਪਰ ਕਦੇ ਵੀ ਉਸ ਨੂੰ ਜਤਾਉਂਦੇ ਨਹੀਂ। ਅਜਿਹਾ ਹੀ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ। ਦਰਅਸਲ ਇੱਥੇ ਇੱਕ ਵਿਅਕਤੀ ਨੇ ਰੈਸਟੋਰੈਂਟ ਦੇ ਵਿੱਚ ਖਾਣਾ ਤਾਂ ਨਹੀਂ ਖਾਧਾ, ਪਰ ਉੱਥੇ 4 ਲੱਖ ਦੀ ਟਿਪ ਜ਼ਰੂਰ ਦੇ ਦਿੱਤੀ ਹੈ, ਜਾਣੀ ਕਿ $5,600 ਦੀ ਟਿਪ ਇਸ ਵਿਅਕਤੀ ਵੱਲੋਂ ਦਿੱਤੀ ਗਈ ਹੈ। ਕ੍ਰਿਸਮਸ ਦੇ ਮੌਕੇ ਅਜਿਹਾ ਅਕਸਰ ਹੁੰਦਾ ਹੈ ਕਿ ਜਦੋਂ ਕਿਸੇ ਰੈਸਟੋਰੈਂਟ ਦੇ ਵਿੱਚ ਖਾਧਾ ਪੀਤਾ ਜਾਂਦਾ ਹੈ ਤੇ ਟਿਪ ਦਿੱਤੀ ਜਾਂਦੀ ਹੈ ਜ਼ਿਆਦਾ, ਤਾਂ ਕਿ ਬਾਕੀ ਲੋਕ ਇਸ ਦੇ ਨਾਲ ਖੁਸ਼ ਹੋ ਸਕਣ। ਸੋ ਇਸ ਵਿਅਕਤੀ ਨੇ ਅਜਿਹਾ ਇਸ ਕਰਕੇ ਕੀਤਾ ਹੈ ਤਾਂ ਕਿ ਉੱਥੇ ਕੰਮ ਕਰਨ ਵਾਲਿਆਂ ਦੀ ਮਦਦ ਕੀਤੀ ਜਾ ਸਕੇ। ਇੱਕ ਨੋਟ ਉਸ ਵੱਲੋਂ ਛੱਡਿਆ ਗਿਆ ਜਿਸ ਵਿੱਚ ਉਸਨੇ ਲਿਖਿਆ ਕਿ ਇਹ ਜਿਹੜੇ ਪੂਰੇ ਪੈਸੇ ਨੇ ਉਹ ਸਾਰੇ ਸਟਾਫ ਦੇ ਵਿੱਚ ਵੰਡੇ ਜਾਣ ਤੇ ਰੈਸਟੋਰੈਂਟ ਵੱਲੋਂ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਕਿਹਾ ਕਿ ਇਸ ਦੇ ਨਾਲ ਉਹ ਕਾਫੀ ਜ਼ਿਆਦਾ ਖੁਸ਼ ਹਨ। ਦੁਨੀਆ ਦੇ ਵਿੱਚ ਅਜਿਹੇ ਬਹੁਤ ਸਾਰੇ ਦਾਨੀ ਲੋਕ ਨੇ ਜੋ ਚੁੱਪਚਾਪ ਹੋਰਾਂ ਦੀ ਮਦਦ ਕਰਦੇ ਹਨ ਅਤੇ ਜਤਾਉਂਦੇ ਵੀ ਨਹੀਂ। ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਪੂਰਾ ਵਿਸ਼ਵ COVID-19 ਵਾਇਰਸ ਕਰਕੇ ਆਰਥਿਕ ਮੰਦੀ ਦੇ ਨਾਲ ਜੂਝ ਰਿਹਾ ਹੈ। ਅਜਿਹੇ ਦੇ ਵਿੱਚ ਇੱਕ ਅਮਰੀਕਾ ਤੋਂ ਖਬਰ ਸਾਹਮਣੇ ਆਈ ਜਿਸ ਵਿੱਚ ਇੱਕ ਵਿਅਕਤੀ ਨੇ ਰੈਸਟੋਰੈਂਟ ਦੇ ਵਿੱਚ ਕੁਝ ਨਹੀਂ ਖਾਧਾ ਪੀਤਾ, ਪਰ ਉਹਨਾਂ ਨੂੰ 4 ਲੱਖ ਰੁਪਏ ਦੀ ਟਿਪ ਦੇ ਦਿੱਤੀ। ਇੰਨੀ ਵੱਡੀ ਟਿਪ ਮਿਲਣ ਤੋਂ ਬਾਅਦ ਰੈਸਟੋਰੈਂਟ ਦਾ ਪੂਰਾ ਸਟਾਫ ਕਾਫੀ ਖੁਸ਼ੀ ਦੇ ਵਿੱਚ ਹੈ। ਅਮਰੀਕਾ ਦੇ ਵਿੱਚ ਕ੍ਰਿਸਮਸ ਦੀ ਖੁਸ਼ੀ ਦਾ ਮਾਹੌਲ ਹੁੰਦਾ ਹੈ ਜਿਸ ਵਿੱਚ ਲੋਕ ਟਿਪ ਛੱਡ ਕੇ ਜਾਂਦੇ ਹਨ ਜਦੋਂ ਕਿਸੇ ਰੈਸਟੋਰੈਂਟ ਦੇ ਵਿੱਚ ਖਾਣਾ ਖਾਂਦੇ ਨੇ, ਤਾਂ ਕਿ ਹੋਰ ਲੋਕ ਵੀ ਆਪਣਾ ਤਿਉਹਾਰ ਖੁਸ਼ੀ ਦੇ ਨਾਲ ਮਨਾ ਸਕਣ। ਇਹ ਮਾਮਲਾ ਅਮਰੀਕਾ ਦੇ ਹਾਇਓ ਸੂਬੇ ਦਾ ਹੈ ਜਿੱਥੇ ਸਥਿਤ ਇੱਕ ਰੈਸਟੋਰੈਂਟ ਦੇ ਵਿੱਚ ਸਟਾਫ ਨੂੰ ਜਦ $5600 ਦੀ ਵੱਡੀ ਟਿਪ ਦਾ ਪਤਾ ਲੱਗਾ ਤਾਂ ਉਹ ਖੁਸ਼ ਹੋ ਗਏ। ਨਾਲ ਹੀ ਵਿਅਕਤੀ ਨੇ ਇੱਕ ਨੋਟ ਵੀ ਲਿਖਿਆ ਸੀ ਜਿਸ ਵਿੱਚ ਉਸਨੇ ਲਿਖਿਆ ਕਿ ਇਹ ਟਿਪ ਸਾਰੇ ਸਟਾਫ ਦੇ ਵਿੱਚ ਵੰਡ ਦਿੱਤੀ ਜਾਵੇ। ਰੈਸਟੋਰੈਂਟ ਨੇ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਦੇ ਲਈ ਬਹੁਤ ਵੱਡੀ ਦਰਿਆਦਿਲੀ ਦਿਖਾਈ ਗਈ ਹੈ ਅਤੇ ਸਟਾਫ ਬਹੁਤ ਖੁਸ਼ ਹੈ। ਇਸ ਰੈਸਟੋਰੈਂਟ ਦੇ ਵਿੱਚ 28 ਸਟਾਫ ਮੈਂਬਰ ਕੰਮ ਕਰਦੇ ਹਨ ਤੇ ਇਸ ਦੇ ਹਿਸਾਬ ਨਾਲ ਹਰ ਕਰਮਚਾਰੀ ਨੂੰ $200 ਦਿੱਤੇ ਜਾਣਗੇ। ਓਨਟਾਰੀਓ ਦੇ ਵਿੱਚ COVID-19 ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਰੋਜ਼ਾਨਾ ਹੁਣ ਇਹ ਦੇਖਿਆ ਜਾ ਰਿਹਾ ਹੈ ਕੁਝ ਦਿਨਾਂ ਤੋਂ ਕਿ 2000 ਤੋਂ ਜ਼ਿਆਦਾ ਮਾਮਲੇ ਰਿਪੋਰਟ ਹੋ ਰਹੇ ਹਨ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਇੱਕ ਖਾਸ ਐਲਾਨ ਕੀਤਾ ਗਿਆ। ਇਹ ਐਲਾਨ ਲੌਂਗ ਟਰਮ ਕੇਅਰ ਸੈਂਟਰਸ ਨੂੰ ਲੈ ਕੇ ਕੀਤਾ ਗਿਆ। ਦੱਸਦੇ ਹਾਂ ਉਹਨਾਂ ਨੇ ਕੀ ਕਿਹਾ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ COVID-19 ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਅਜਿਹੇ ਦੇ ਵਿੱਚ ਇਹ ਵੈਕਸੀਨੇਸ਼ਨ ਪਹਿਲਾਂ ਲੌਂਗ ਟਰਮ ਵਰਕਰਸ ਅਤੇ ਹੈਲਥ ਕੇਅਰ ਵਰਕਰਸ ਨੂੰ ਦਿੱਤਾ ਜਾਵੇਗਾ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਹਨਾਂ ਵੱਲੋਂ ਲੌਂਗ ਟਰਮ ਹੈਲਥ ਕੇਅਰ ਬਾਰੇ ਸਪੈਸ਼ਲ ਅਨਾਉਂਸਮੈਂਟ ਕੀਤੀ। ਉਹਨਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਸਾਨੂੰ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਹੋਰ ਵੀ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਹੈ। ਮੌਜੂਦਾ ਕਿੰਨੇ ਇੱਥੇ ਕੰਮ ਕਰਨ ਵਾਲੇ ਨੇ ਇਹਨਾਂ ਦੀ ਵੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੱਸੀਏ ਕਿ ਓਨਟਾਰੀਓ ਦੇ ਵਿੱਚ ਵੀ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਜਿੱਥੇ ਪਹਿਲਾਂ ਫਰੰਟਲਾਈਨ ਵਾਰੀਅਰਸ ਨੂੰ ਇਹ ਕਰੋਨਾ ਡੋਜ਼ਸ ਦਿੱਤੇ ਜਾ ਰਹੇ ਹਨ। ਇਸ ਮੌਕੇ ਪ੍ਰੀਮੀਅਰ ਡਗ ਫੋਰਡ ਵੱਲੋਂ ਕੀ ਅਨਾਉਂਸਮੈਂਟ ਕੀਤੀ ਗਈ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। My friends, this has been a historic week. We started giving out the first COVID-19 vaccines in Ontario. To date,
We vaccinated over 1,500 frontline healthcare heroes in Toronto and Ottawa. Heroes who are working in our long-term care homes, taking care of our loved ones. Heroes like Anita from the Rakai Centre, who stepped up to protect herself and for those in her care from COVID-19. There's no doubt having a vaccine is a game changer in Ontario's fight against this terrible pandemic. But our work is far from over. The truth is, we need more heroes like Anita. We need more staff to care for our most vulnerable. COVID-19 exposed the underlying cracks in an old, tired system, a system wrestling with decades of underinvestment. As Premier, I made a promise to our long-term care residents and their families. The problems didn't start with us, but I can tell you we're going to fix them. So today I'm glad to be here at George Brown College, and what a beautiful location this is, and great folks here, to announce our government's new long-term care staffing plan. This plan sets out one of the largest recruitment and training efforts in the history of our country. We're investing up to $1.9 billion a year within the next 4 years to put 27,000 new boots on the ground in our long-term care homes. That is 27,000 new personal support workers, or PSWs, registered nurses, registered practical nurses, and other healthcare staff. More staff to deliver on our commitment to increase daily direct care for each resident to 4 hours a day by 2025. And folks, I can tell you, those who are not involved in long-term care, 4 hours a day is a trailblazer. And hopefully the rest of the provinces in our country will follow this. This would be nation-leading level of care for our seniors, because they deserve nothing less. But it goes deeper than that, my friends. We want more people working in long-term care to love what they do and thrive in their careers. We're going to offer more education, more training opportunities, more professional development, so more wonderful people like Anita and others take pride in what they do, contribute to our communities, and change lives for the better. I want to thank George Brown College and the Rakai Centres, who have already got the ball rolling. There's an urgent need for personal support workers, but there aren't enough training opportunities. George Brown and the Rakai Centres are giving future PSWs the hand-on training they need to succeed, include intense, immersive clinical training, 4 days a week, 8 hours a day. These are the kind of innovative partners we need to fix our broken system, and we need more partners like George Brown and the Rakai Centres at the table, ready to work with us to recruit, educate, and train the next generation of caregivers for our seniors. The safety and the well-being of our long-term care residents and staff throughout this province is a top priority. Thank you, and God bless the people of Ontario. ਓਨਟਾਰੀਓ ਦੇ ਵਿੱਚ ਹੁਣ ਲਾਕਡਾਊਨ ਲਗਾਉਣ ਦੀ ਮੰਗ ਉੱਠ ਰਹੀ ਹੈ। ਦਰਅਸਲ ਲਗਾਤਾਰ ਅਜਿਹਾ ਤੀਸਰਾ ਦਿਨ ਹੈ ਜਦੋਂ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। अस्पतालों ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵਧਦੀ ਨਜ਼ਰ ਆ ਰਹੀ ਹੈ। ਅਜਿਹੇ ਦੇ ਵਿੱਚ ਪ੍ਰੀਮੀਅਰ ਡਗ ਫੋਰਡ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ अस्पताल ਨੇ ਇੱਕ ਗੱਲ ਕਹੀ ਹੈ ਕਿ ਜੋ ਇੱਥੇ ਸਟਾਫ ਕੰਮ ਕਰ ਰਿਹਾ ਉਹਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। कोविड-19 की जो सैकेंड वेव है उस दे नाल काफ़ी ज़्यादा प्रभावित इस समय ओंटारियो दिख रहा है तो अजिहे च ये गल कही जा रही है कि जेकर हालात नूं स्थिति नूं काबू दे विच रखना है तो इत्थे लॉकडाउन लगाउणा पेगा उन्हां रीजनस दे विच जो इस समय रैड जोन अधीन हन। ओंटारियो अस्पताल वालों 28 दिनों के लॉकडाउन की मंग की गई है। ये मंग सारे रीजनस के लिए है जो रैड जोन अधीन आउंदे हन। ओंटारियो ਦੇ ਵਿੱਚ ਲਗਾਤਾਰ ਕੁਝ ਦਿਨਾਂ ਤੋਂ 2000 ਤੋਂ ਵੱਧ ਮਾਮਲੇ ਰਿਪੋਰਟ ਹੋ ਰਹੇ ਹਨ। ਕੋਵਿਡ ਦੀ ਸੈਕੰਡ ਵੇਵ ਦੇ ਨਾਲ ਇਹ ਪ੍ਰੋਵਿੰਸ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੈ। ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਵੀ ਗਿਣਤੀ ਲਗਾਤਾਰ ਵਧ ਰਹੀ ਹੈ। ओंटारियो ਹਸਪੀਟਲ ਐਸੋਸੀਏਸ਼ਨ ਨੇ ਇਸ ਉੱਪਰ ਚਿੰਤਾ ਪ੍ਰਗਟਾਈ ਹੈ। ਉਹਨਾਂ ਇਸ ਨੂੰ ਬੇहद ਸੀਰੀਅਸ ਦੱਸਿਆ ਹੈ। ਇਸ ਨੂੰ ਲੈ ਕੇ ਇੱਕ ਐਮਰਜੈਂਸੀ ਮੀਟਿੰਗ ਵੀ ਰੱਖੀ ਗਈ। ਉਹਨਾਂ ਕਿਹਾ ਕਿ 4 ਹਫ਼ਤਿਆਂ ਦਾ ਲਾਕਡਾਊਨ ਇਸ ਸਮੇਂ ਬਹੁਤ ਜ਼ਰੂਰੀ ਹੈ ਅਤੇ ਇਸ ਸਮੇਂ ਹਸਪਤਾਲਾਂ ਦੇ ਸਟਾਫ ਨੂੰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਹਨ। ਪ੍ਰੀਮੀਅਰ ਡਗ ਫੋਰਡ ਨੇ ਵੀ ਇਸ ਨੂੰ ਲੈ ਕੇ ਆਪਣੀ ਗੱਲ ਸਾਂਝੀ ਕੀਤੀ। ਉਹਨਾਂ ਕਿਹਾ ਕਿ ਹਸਪੀਟਲ ਦੇ CEO ਦੇ ਨਾਲ ਵਿਚਾਰ ਵਟਾਂਦਰਾ ਉਹ ਕਰਦੇ ਰਹਿੰਦੇ ਨੇ
ਤੇ ਇਸ ਸਮੇਂ ਸਿਚੁਏਸ਼ਨ ਕੰਸਰਨਿੰਗ ਹੈ। ਫੋਰਡ ਨੂੰ ਫਾਈਨੈਂਸ਼ੀਅਲ ਕੰਪੋਜੀਸ਼ਨ ਦੇ ਬਾਰੇ ਦੇ ਵਿੱਚ ਵੀ ਸਵਾਲ ਪੁੱਛਿਆ ਗਿਆ। ਉਹਨਾਂ ਇਸ ਦਾ ਜਵਾਬ ਦਿੱਤਾ ਕਿ ਉਹ ਫੈਡਰਲ ਸਰਕਾਰ ਦੇ ਨਾਲ ਸਲਾਹ ਕਰ ਰਹੇ ਹਨ। ਉਧਰ ਹਸਪਤਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਕੋਵਿਡ ਦੀ ਸਥਿਤੀ ਨੂੰ ਸਾਂਭਣ ਦਾ ਹਰ ਤਰੀਕਾ ਅਪਣਾ ਰਹੇ ਹਨ। ਉਹਨਾਂ ਕਿਹਾ ਕਿ ਉਹ ਸਭ ਕੁਝ ਕਰ ਰਹੇ ਹਨ ਤਾਂ ਕਿ ਕਮਿਊਨਿਟੀ ਸਪਰੈਡ ਨੂੰ ਰੋਕਿਆ ਜਾ ਸਕੇ। ਦੱਸੀਏ ਕਿ ਓਨਟਾਰੀਓ ਦੇ ਵਿੱਚ ਲਗਾਤਾਰ ਤੀਸਰਾ ਦਿਨ ਹੈ ਜਦੋਂ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਬੀਤੇ 24 ਘੰਟਿਆਂ ਦੌਰਾਨ ਇੱਥੋਂ 2432 ਮਾਮਲੇ ਸਾਹਮਣੇ ਆਏ ਹਨ। ਰੌਕ ਖੰਨਾ ਡੈਮੋਕ੍ਰੈਟਿਕ ਦੇ ਉਪ ਪ੍ਰਧਾਨ ਹੋਣਗੇ। ਦੱਸ ਦਈਏ ਕਿ ਰੌਕ ਖੰਨਾ ਇੰਡੋ ਅਮਰੀਕਨ ਐਮਪੀ ਨੇ ਜੋ 3 ਵਾਰ ਚੁਣੇ ਜਾ ਚੁੱਕੇ ਨੇ ਸੰਸਦ ਦੇ ਤੌਰ ਦੇ ਉੱਪਰ। ਸੋ ਕਿਹਾ ਜਾ ਰਿਹਾ ਹੈ ਕਿ ਇਸ ਦੇ ਲਈ, ਇਸ ਅਹੁਦੇ ਦੇ ਲਈ ਸਭ ਤੋਂ ਜ਼ਿਆਦਾ ਜੋ ਐਫੀਸ਼ੀਐਂਟ ਹੈ ਇਸ ਸਮੇਂ ਉਹ ਰੌਕ ਖੰਨਾ ਹੀ ਨੇ। ਉਹਨਾਂ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ। ਭਾਰਤੀ ਅਮਰੀਕੀ ਐਮਪੀ ਰੌਕ ਖੰਨਾ ਨੂੰ ਕਾਂਗਰੈਸ਼ਨਲ ਇੰਡੀਅਨ ਕਾਕਸ ਦੇ ਡੈਮੋਕ੍ਰੈਟਿਕ ਵਾਈਸ ਪ੍ਰੈਜ਼ੀਡੈਂਟ ਅਪਾਇੰਟ ਕੀਤਾ ਗਿਆ ਹੈ। ਰੌਕ ਖੰਨਾ ਸਿਲੀਕਾਨ ਵੈਲੀ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਲਈ ਤੀਸਰੀ ਵਾਰ ਚੁਣੇ ਗਏ ਸੰਸਦ ਹਨ। ਕਮਲਾ ਹੈਰਿਸ ਵੱਲੋਂ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਕੈਲੀਫੋਰਨੀਆ ਦੀ ਸੈਨੇਟ ਸੀਟ ਖਾਲੀ ਹੋ ਜਾਵੇਗੀ। ਰੌਕ ਖੰਨਾ ਇਸ ਦੇ ਲਈ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਉਹ ਜਨਵਰੀ ਤੋਂ ਇਸ ਅਹੁਦੇ ਨੂੰ ਸੰਭਾਲਣਗੇ। ਡੈਮੋਕ੍ਰੈਟਿਕ ਵਾਈਸ ਪ੍ਰੈਜ਼ੀਡੈਂਟ ਅਤੇ ਸਾਂਸਦ ਬ੍ਰੈਂਡ ਸ਼ਰਮਨ ਨੇ ਆਪਣੇ ਸਹਿਯੋਗੀ ਸਾਂਸਦਾਂ ਨੂੰ ਭੇਜੀ ਈਮੇਲ ਦੇ ਵਿੱਚ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਰੌਕ ਖੰਨਾ ਡੈਮੋਕ੍ਰੈਟਿਕ ਉਪ ਪ੍ਰਧਾਨ ਵਜੋਂ ਸ਼ਾਨਦਾਰ ਕੰਮ ਕਰਨਗੇ। ਦੱਸ ਦਈਏ ਕਿ ਖੰਨਾ 1976 ਦੇ ਵਿੱਚ ਫਿਲਾਡੇਲਫੀਆ ਦੇ ਵਿੱਚ ਜਨਮੇ ਸਨ। ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ 4 ਭਾਰਤੀ ਅਮਰੀਕੀ ਸੰਸਦਾਂ ਦੇ ਵਿੱਚੋਂ ਰੌਸ ਸਭ ਤੋਂ ਘੱਟ ਉਮਰ ਦੇ ਹਨ। 55 ਸਾਲ ਦੀ ਡਾਕਟਰ ਐਮੀ ਬੇਰਾ ਸਮੋਸਾ ਕਾਕਸ ਦੀ ਸਭ ਤੋਂ ਸੀਨੀਅਰ ਮੈਂਬਰ ਹੈ। ਦੱਸਦੀਏ ਕਿ ਭਾਰਤੀ ਸੰਸਦਾਂ ਦੇ ਸਮੂਹ ਨੂੰ ਸਮੋਸਾ ਕਾਕਸ ਨਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 47 ਸਾਲਾ ਰਾਜਾ ਕ੍ਰਿਸ਼ਨ ਮੂਰਤੀ ਅਤੇ 55 ਸਾਲਾ ਪ੍ਰਮੀਲਾ ਜੈਪਾਲ ਹਨ ਤੇ 2 ਹੋਰ ਮੈਂਬਰ ਹਨ। ਖੰਨਾ ਦੇ ਪਿਤਾ ਇੱਕ ਕੈਮੀਕਲ ਇੰਜੀਨੀਅਰ ਹਨ ਅਤੇ ਉਹਨਾਂ ਨੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਅਤੇ ਮਿਸ਼ੀਗਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਹਨਾਂ ਦੀ ਮਾਂ ਇੱਕ ਸਕੂਲ ਦੇ ਵਿੱਚ ਅਧਿਆਪਕ ਰਹਿ ਚੁੱਕੀ ਹੈ। ਖੰਨਾ ਭਾਰਤ ਅਮਰੀਕੀ ਸੰਬੰਧਾਂ ਦੇ ਮਜ਼ਬੂਤ ਸਮਰਥਕ ਜਾਣੀ ਕਿ ਸਪੋਰਟਰ ਮੰਨੇ ਜਾਂਦੇ ਹਨ। ਡੋਨਾਲਡ ਟਰੰਪ ਵੱਲੋਂ ਅਜੇ ਵੀ ਚੋਣਾਂ ਦੇ ਵਿੱਚ ਹਾਰ ਨਹੀਂ ਮੰਨੀ ਗਈ। ਦਰਅਸਲ 3 ਨਵੰਬਰ ਨੂੰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਜੋ ਚੋਣਾਂ ਹੋਈਆਂ ਸਨ ਉਸ ਤੋਂ ਬਾਅਦ ਨਤੀਜੇ ਸਾਹਮਣੇ ਆਏ ਤਾਂ ਜੋ ਬਾਈਡਨ ਜੇਤੂ ਕਰਾਰ ਕੀਤੇ ਗਏ। ਪਰ ਉਸ ਤੋਂ ਬਾਅਦ ਵੀ ਲਗਾਤਾਰ ਇਹੀ ਟਰੰਪ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੀ ਇਸ ਦੇ ਵਿੱਚ ਹਾਰ ਨਹੀਂ ਹੋਈ ਤੇ ਉਹਨਾਂ ਕਿਹਾ ਹੈ ਕਿ ਅਜੇ ਜੋ ਕਾਨੂੰਨੀ ਲੜਾਈ ਹੈ ਉਹਨਾਂ ਦੀ ਜਾਰੀ ਰਹੇਗੀ। ਕਿਉਂ ਉਹਨਾਂ ਵੱਲੋਂ ਫਿਰ ਤੋਂ ਇਹ ਕਿਹਾ ਗਿਆ ਹੈ ਕਿ ਇਸ ਦੇ ਨਾਲ ਸੰਬੰਧਿਤ ਨਵਾਂ ਮਾਮਲਾ ਸਾਹਮਣੇ ਆਇਆ, ਜਾਣਕਾਰੀ ਦੇਵਾਂਗੇ ਤੁਹਾਨੂੰ ਇਸ ਖਬਰ ਦੇ ਵਿੱਚ। ਰਾਸ਼ਟਰਪਤੀ ਡੋਨਾਲਡ ਟਰੰਪ ਅਜੇ ਵੀ ਹਾਰ ਮੰਨਣ ਦੇ ਲਈ ਤਿਆਰ ਨਹੀਂ। ਉਹ ਆਪਣੀ ਕਾਨੂੰਨੀ ਲੜਾਈ ਅਜੇ ਵੀ ਜਾਰੀ ਰੱਖਣਗੇ। 3 ਨਵੰਬਰ ਨੂੰ ਅਮਰੀਕਾ ਦੇ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਲਗਾਤਾਰ ਟਰੰਪ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਇਹਨਾਂ ਚੋਣਾਂ ਦੇ ਵਿੱਚ ਇਹਨਾਂ ਵੋਟਸ ਦੀ ਗਿਣਤੀ ਦੇ ਵਿੱਚ ਹੇਰਾਫੇਰੀ ਹੋਈ ਹੈ। ਇਲੈਕਟਰਲ ਵੋਟਸ ਨੇ ਜੋ ਬਾਈਡਨ ਦੀ ਜਿੱਤ ਦੇ ਉੱਪਰ ਮੋਹਰ ਲਗਾ ਦਿੱਤੀ, ਜਾਣੀ ਕਿ ਉਹਨਾਂ ਨੂੰ ਆਫੀਸ਼ੀਅਲੀ ਜੇਤੂ ਕਰਾਰ ਦਿੱਤਾ ਗਿਆ। ਇਸ ਤੋਂ ਇੱਕ ਦਿਨ ਬਾਅਦ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਦਾ ਬਿਆਨ ਸਾਹਮਣੇ ਆਇਆ। ਮੈਕਨੀਨੀ ਨੇ ਕਿਹਾ ਕਿ ਰਾਸ਼ਟਰਪਤੀ ਕਾਨੂੰਨੀ ਲੜਾਈ ਜਾਰੀ ਰੱਖਣਗੇ। ਕੱਲ੍ਹ ਜੋ ਕੁਝ ਹੋਇਆ ਉਹ ਕਨਸਟੀਟਿਊਸ਼ਨਲ ਪ੍ਰੋਸੈਸ ਦੀ ਦਿਸ਼ਾ ਦੇ ਵਿੱਚ ਚੁੱਕਿਆ ਗਿਆ ਇੱਕ ਕਦਮ ਸੀ। ਦਰਅਸਲ ਮੈਕਨੀਨੀ ਉਸ ਸਵਾਲ ਦਾ ਜਵਾਬ ਦੇ ਰਹੀ ਸੀ ਜਿਸ ਵਿੱਚ ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਇਲੈਕਟਰਲ ਵੋਟਸ ਦੇ ਨਾਲ ਜਿੱਤ ਦੇ ਮੋਹਰ ਲਈ ਜਾਣ ਤੋਂ ਬਾਅਦ ਟਰੰਪ ਵੱਲੋਂ ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਸੱਦਣ ਦੀ ਕੋਈ ਯੋਜਨਾ ਨਹੀਂ ਹੈ। ਮੈਕਨੀਨੀ ਨੇ ਚੋਣਾਂ ਖਿਲਾਫ ਟਰੰਪ ਵੱਲੋਂ ਫਾਈਲਡ ਲਾਅਸੂਟਸ ਦੇ ਬਚਾਅ ਵਿੱਚ ਇਹ ਗੱਲ ਕਹੀ। ਉਹਨਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਜੁਡੀਸ਼ੀਅਲ ਸਿਸਟਮ ਦੀ ਵਰਤੋਂ ਕਰਨਾ ਕਿਸੇ ਤਰ੍ਹਾਂ ਦੇ ਨਾਲ ਡੈਮੋਕ੍ਰੇਸੀ ਦੇ ਉੱਪਰ ਹਮਲਾ ਹੈ। ਦੱਸ ਦਈਏ ਕਿ ਨਿਊਯਾਰਕ ਦੇ ਇੱਕ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ਦੀ ਇੱਕ ਪ੍ਰਾਪਰਟੀ ਦੇ ਨਾਲ ਜੁੜੇ ਹੋਏ ਡਾਕੂਮੈਂਟਸ ਇਨਵੈਸਟੀਗੇਟਰਸ ਨੂੰ ਸੌਂਪਣ ਦੇ ਆਰਡਰਸ ਦਿੱਤੇ ਹਨ। ਅਮਰੀਕਾ ਦੇ ਵਿੱਚ ਕਈ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਟਰੰਪ ਵੱਲੋਂ ਜੋ ਵੀ ਪੈਂਡਿੰਗ ਮਾਮਲੇ ਸੀ ਇਸ ਦੇ ਨਾਲ ਸੰਬੰਧਿਤ ਉਹਨਾਂ ਨੂੰ ਨਿਪਟਾਇਆ ਗਿਆ ਹੈ। ਦੱਸ ਦਈਏ ਕਿ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜਿੰਨੀ ਛੇਤੀ ਹੁਣ ਜਿੰਨੇ ਜ਼ਿਆਦਾ ਮਾਮਲੇ ਨਿਪਟਾਏ ਗਏ ਨੇ ਅੱਜ ਤੱਕ ਪਹਿਲਾਂ ਇੰਨਾ ਕਦੇ ਵੀ ਨਹੀਂ ਹੋਇਆ। ਸੋ ਜੇਕਰ ਗੱਲ ਕਰੀਏ ਇਹ ਜਿਹੜੇ ਪੂਰੀ ਘਟਨਾ ਹੋਈ ਹੈ ਜਿੱਥੇ ਮੌਤ ਦੀ ਸਜ਼ਾ ਸੁਣਾਈ ਗਈ ਹੈ ਇੰਨੇ ਸਾਰੇ ਅਪਰਾਧੀਆਂ ਨੂੰ, ਜੋ 20 ਜਨਵਰੀ ਤੋਂ ਪਹਿਲਾਂ ਵੀ ਕਈਆਂ ਦੇ ਜਿਹੜੇ ਮਾਮਲੇ ਪੈਂਡਿੰਗ ਪਏ ਨੇ ਉਹਨਾਂ ਦੇ ਉੱਪਰ ਵੀ ਇਹ ਫੈਸਲਾ ਸੁਣਾਇਆ ਜਾਏਗਾ। ਉਸੇ ਦਿਨ ਤੋਂ 20 ਜਨਵਰੀ ਤੋਂ ਜੋ ਬਾਈਡਨ ਅਗਲੇ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕਣ ਜਾ ਰਹੇ ਨੇ ਤੇ ਉਹ ਜੋ ਸਜ਼ਾਏ ਮੌਤ ਹੈ ਉਸ ਦੇ ਸਖਤ ਖਿਲਾਫ ਨੇ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਨਿਓਰ ਦੇ ਵਿੱਚ ਮੌਤ ਦੀ ਸਜ਼ਾ ਦੇ ਸਾਰੇ ਮਾਮਲੇ ਨਿਪਟਾਏ ਗਏ ਹਨ। ਜਿੰਨੇ ਮਾਮਲਿਆਂ ਨੂੰ ਹੁਣ ਫਿਨਿਸ਼ ਕੀਤਾ ਗਿਆ ਹੈ ਉਨੇ ਪਹਿਲਾਂ ਕਦੇ ਵੀ ਨਹੀਂ ਨਿਪਟਾਏ ਗਏ। ਟਰੰਪ ਨੇ 17 ਸਾਲ ਤੋਂ ਡਿਲੇ ਹੋ ਰਹੇ 10 ਮਾਮਲਿਆਂ ਦੇ ਵਿੱਚ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਨਤੀਜੇ ਵਜੋਂ ਸਨ 1800 ਤੋਂ ਬਾਅਦ ਉਹਨਾਂ ਦੇ ਕਾਰਜਕਾਲ ਦੇ ਵਿੱਚ ਯਾਨੀ ਕਿ ਟੈਨਿਓਰ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਰਾਸ਼ਟਰਪਤੀ ਟਰੰਪ ਨੇ ਮੌਤ ਦੀ ਸਜ਼ਾ ਦੇ ਸਾਰੇ ਵਿਚਾਰ ਅਧੀਨ ਮਾਮਲੇ ਖਤਮ ਕਰ ਦਿੱਤੇ। ਅਮਰੀਕਾ ਦੇ ਵਿੱਚ 2020 ਚ ਕੁੱਲ 7 ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ, ਜਦਕਿ 2019 ਦੇ ਵਿੱਚ 22 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਵਾਸ਼ਿੰਗਟਨ ਸਥਿਤ ਡੈਥ ਪੈਨਲਟੀ ਇਨਫੋਰਮੇਸ਼ਨ ਸੈਂਟਰ ਦੇ ਐਗਜ਼ੀਕਿਊਟਿਵ ਡਾਇਰੈਕਟਰ ਦੇ ਮੁਤਾਬਕ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਉਹਨਾਂ ਕਿਹਾ ਕਿ ਅਸੀਂ ਕਦੇ ਵੀ ਇਸ ਦੀ ਉਮੀਦ ਨਹੀਂ ਕੀਤੀ ਸੀ। ਨਾਲ ਹੀ ਉਹਨਾਂ ਕਿਹਾ ਕਿ ਅਸੀਂ ਮੌਤ ਦੀ ਸਜ਼ਾ ਦੇ ਵਿਸ਼ੇ ਤੇ ਕੋਈ ਬਹਿਸ ਨਹੀਂ ਛੇੜ ਰਹੇ, ਪਰ ਫੈਡਰਲ ਸਰਕਾਰ ਨੇ ਜਿਸ ਤਰ੍ਹਾਂ ਸਭ ਤੋਂ ਵੱਡੀ ਸਜ਼ਾ ਦੇਣ ਦੇ ਵਿੱਚ ਤੇਜ਼ੀ ਦਿਖਾਈ ਉਸ ਨੂੰ ਠੀਕ ਨਹੀਂ ਮੰਨਦੇ। ਟਰੰਪ ਪ੍ਰਸ਼ਾਸਨ 20 ਜਨਵਰੀ ਤੱਕ 3 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ ਦੇਵੇਗਾ। ਇਸ ਦਿਨ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਸਹੁੰ ਚੁੱਕਣ ਜਾ ਰਹੇ ਹਨ। ਬਾਈਡਨ ਮੌਤ ਦੀ ਸਜ਼ਾ ਦੇ ਵਿਰੋਧੀ ਹਨ। ਟੋਰਾਂਟੋ ਦੇ ਵਿੱਚ ਅਜੇ ਸਕੂਲ ਨਹੀਂ ਖੁੱਲਣਗੇ। ਇੱਕ ਓਪਨ ਲੈਟਰ ਜਿਹੜੀ ਹੈ ਸਕੂਲ ਵੱਲੋਂ ਪੈਰੈਂਟਸ ਨੂੰ ਲਿਖੀ ਗਈ ਹੈ, ਜਿਸ ਵਿੱਚ ਉਹਨਾਂ ਕਿਹਾ ਹੈ ਕਿ ਜੋ ਅਜੇ ਇਸ ਸਮੇਂ ਹਾਲਾਤ ਬਣੇ ਹੋਏ ਨੇ ਉਸ ਨੂੰ ਦੇਖਦਿਆਂ ਨਹੀਂ ਹੋ ਸਕਦਾ ਕਿ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਪੜ੍ਹਾਈ ਕਰਾਈ ਜਾ ਸਕੇ। ਉਹਨਾਂ ਕਿਹਾ ਕਿ ਪੈਰੈਂਟਸ ਜਾਂ ਤਾਂ ਆਪਣੇ ਬੱਚਿਆਂ ਨੂੰ ਆਨਲਾਈਨ ਪੜ੍ਹਾਉਣ ਦੀ ਤਿਆਰੀ ਕਰ ਲੈਣ ਜਾਂ ਹੋਰ ਉਹਨਾਂ ਵੱਲੋਂ ਇਸ ਦੇ ਨਾਲ ਸੰਬੰਧਿਤ ਆਪਸ਼ਨਸ ਉਹਨਾਂ ਨੂੰ ਦਿੱਤੇ ਜਾਣਗੇ। ਦੱਸੀਏ ਕਿ ਕਰੋਨਾ ਦੇ ਹਾਲਾਤ ਕੈਨੇਡਾ ਦੇ ਵਿੱਚ ਜੋ ਬਣੇ ਹੋਏ ਨੇ ਸਾਰੇ ਜਾਣਦੇ ਨੇ। ਅਜੇ ਵੀ ਮਾਮਲੇ ਸਾਹਮਣੇ ਆ ਰਹੇ ਨੇ। ਬਹੁਤ ਸਾਰੇ ਸਕੂਲਾਂ ਦੇ ਵਿੱਚ ਵੀ ਆਊਟਬ੍ਰੇਕ ਐਲਾਨਿਆ ਗਿਆ ਸੀ। ਸੋ ਟੋਰਾਂਟੋ ਦੇ ਸਕੂਲ ਦੀ ਜੇਕਰ ਗੱਲ ਕਰੀਏ ਤਾਂ 4 ਜਨਵਰੀ ਨੂੰ ਇਸ ਨੂੰ ਖੋਲ੍ਹਿਆ ਜਾਣਾ ਸੀ, ਪਰ ਹਾਲਾਤ ਜੋ ਨੇ ਇਸ ਸਮੇਂ ਉਸ ਨੂੰ ਦੇਖਦਿਆਂ ਉਹਨਾਂ ਕਿਹਾ ਕਿ ਵਿੰਟਰ ਬ੍ਰੇਕ ਤੋਂ ਬਾਅਦ ਵੀ ਸਕੂਲ ਨੂੰ ਨਹੀਂ ਖੋਲ੍ਹਿਆ ਜਾਵੇਗਾ, ਜਾਣੀ ਕਿ ਬੱਚੇ ਕਲਾਸਾਂ ਦੇ ਵਿੱਚ ਆ ਕੇ ਅਜੇ ਨਹੀਂ ਪੜ੍ਹ ਸਕਣਗੇ। ਕੈਨੇਡਾ ਦੇ ਅੰਦਰ ਕਰੋਨਾ ਮਾਮਲਿਆਂ ਦਾ ਆਉਣਾ ਰੁਕ ਨਹੀਂ ਰਿਹਾ। ਇਹ ਸਿਲਸਿਲਾ ਲਗਾਤਾਰ ਅਜੇ ਵੀ ਬਰਕਰਾਰ ਹੈ। ਬਹੁਤ ਸਾਰੇ ਅਜਿਹੇ ਸਕੂਲ ਹਨ ਜਿੱਥੇ ਆਊਟਬ੍ਰੇਕ ਐਲਾਨਿਆ ਗਿਆ। ਟੋਰਾਂਟੋ ਸਕੂਲ ਬੋਰਡ ਨੇ ਕਿਹਾ ਹੈ ਕਿ ਛੁੱਟੀਆਂ ਤੋਂ ਬਾਅਦ ਵੀ ਵਿਦਿਆਰਥੀ ਸਕੂਲਾਂ ਦੇ ਵਿੱਚ ਨਹੀਂ ਆ ਸਕਣਗੇ। ਕਰੋਨਾ ਵਾਇਰਸ ਦਾ ਅਸਰ ਬਾਕੀ ਚੀਜ਼ਾਂ ਦੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਉੱਪਰ ਵੀ ਪੈ ਰਿਹਾ ਹੈ। ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ ਯਾਨੀ ਕਿ TDSB ਨੇ ਪੈਰੈਂਟਸ ਨੂੰ ਦੱਸਿਆ ਹੈ ਕਿ ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਵਿੰਟਰ ਬ੍ਰੇਕ ਤੋਂ ਬਾਅਦ ਵਿਦਿਆਰਥੀਆਂ ਦੀਆਂ ਕਲਾਸਾਂ ਸ਼ਾਇਦ ਨਹੀਂ ਲੱਗਣਗੀਆਂ ਤੇ ਉਹਨਾਂ ਨੂੰ ਨਹੀਂ ਕਲਾਸਾਂ ਦੇ ਵਿੱਚ ਪੜ੍ਹਾਇਆ ਜਾ ਸਕੇਗਾ। ਬੋਰਡ ਵੱਲੋਂ ਮਾਪਿਆਂ ਨੂੰ ਇੱਕ ਓਪਨ ਲੈਟਰ ਲਿਖਿਆ ਗਿਆ ਹੈ, ਜਿਸ ਵਿੱਚ ਉਹਨਾਂ ਦੱਸਿਆ ਕਿ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਕਾਰਨ ਵਿਦਿਆਰਥੀ ਕਲਾਸਾਂ ਅਤੇ ਸਕੂਲਾਂ ਦੇ ਵਿੱਚ ਜਾ ਕੇ ਪੜ੍ਹਾਈ ਨਹੀਂ ਕਰ ਸਕਣਗੇ। ਇਸ ਦੇ ਲਈ ਪੈਰੈਂਟਸ ਨੂੰ ਬੱਚਿਆਂ ਦੀਆਂ ਆਨਲਾਈਨ ਕਲਾਸਿਸ ਅਤੇ ਹੋਰ ਚੇਂਜਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਿਹਤ ਅਧਿਕਾਰੀਆਂ ਦੀ ਸਲਾਹ ਦੇ ਉੱਪਰ ਉਹਨਾਂ ਨੇ ਇਹ ਫੈਸਲਾ ਲਿਆ ਹੈ। ਉਂਝ ਸਕੂਲਾਂ ਨੂੰ 4 ਜਨਵਰੀ ਨੂੰ ਖੋਲ੍ਹਣ ਦੇ ਉੱਪਰ ਵਿਚਾਰ ਸੀ। ਫਿਲਹਾਲ ਪ੍ਰਸ਼ਾਸਨ ਵੱਲੋਂ ਸਕੂਲਾਂ ਨੂੰ ਬੰਦ ਰੱਖਣ ਦੇ ਲਈ ਕਿਹਾ ਜਾ ਰਿਹਾ ਹੈ। ਬੋਰਡ ਮੁਤਾਬਕ ਨੈਲਸਨ ਮੰਡੇਲਾ ਪਾਰਕ ਪਬਲਿਕ ਸਕੂਲ ਨੂੰ 4 ਜਨਵਰੀ ਤੱਕ ਬੰਦ ਰੱਖਿਆ ਗਿਆ ਹੈ। ਇੱਥੇ 3 ਵਿਦਿਆਰਥੀ ਅਤੇ 3 ਸਟਾਫ ਮੈਂਬਰ ਕਰੋਨਾ ਪੋਜ਼ਿਟਿਵ ਮਿਲੇ ਸਨ। ਕੈਨੇਡਾ ਅੰਦਰ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ, ਪਰ ਮਾਮਲਿਆਂ ਦਾ ਸਾਹਮਣੇ ਆਉਣਾ ਅਜੇ ਵੀ ਲਗਾਤਾਰ ਜਾਰੀ ਹੈ। ਅਜਿਹੇ ਦੇ ਵਿੱਚ ਖਬਰ ਸਾਂਝੀ ਤੁਹਾਡੇ ਨਾਲ ਕਰਾਂਗੇ। ਜਾਣਕਾਰੀ ਇਸ ਵਿੱਚ ਸਾਂਝੀ ਕਰਾਂਗੇ ਤੁਹਾਡੇ ਨਾਲ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਮਾਮਲੇ ਸਾਹਮਣੇ ਆਏ ਨੇ। ਨਾਲ ਦੀ ਨਾਲ ਕੈਨੇਡਾ ਅੰਦਰ ਕੀ ਇਸ ਸਮੇਂ ਕੇਸਿਸ ਓਵਰਵਿਊ ਹੈ, ਜਾਣਕਾਰੀ ਤੁਹਾਨੂੰ ਦੇਵਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਦੇ ਵਿੱਚ ਲਗਾਤਾਰ ਅਜਿਹਾ ਤੀਸਰਾ ਦਿਨ ਹੈ ਜਦੋਂ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਦਰਅਸਲ ਇੱਥੇ 24 ਘੰਟਿਆਂ ਦੌਰਾਨ 2432 ਨਵੇਂ ਮਾਮਲੇ ਸਾਹਮਣੇ ਆਏ ਹਨ। ਟੋਰਾਂਟੋ ਤੋਂ 737, ਪੀਲ ਰੀਜਨ ਤੋਂ 434, ਯਾਰਕ ਰੀਜਨ ਦੇ ਵਿੱਚੋਂ 209, ਵਿੰਡਸਰ ਐਸੈਕਸ ਚੋਂ 190 ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਸਾਹਮਣੇ ਆਏ ਮਾਮਲਿਆਂ ਦੇ ਵਿੱਚੋਂ 170 ਸਕੂਲ ਰਿਲੇਟਡ ਮਾਮਲੇ ਹਨ, ਜਿਨ੍ਹਾਂ ਦੇ ਵਿੱਚੋਂ 143 ਸਟੂਡੈਂਟਸ ਅਤੇ 26 ਸਟਾਫ ਮੈਂਬਰ ਸ਼ਾਮਿਲ ਨੇ। 17484 ਇਸ ਸਮੇਂ ਇੱਥੇ ਐਕਟਿਵ ਕਨਫਰਮਡ ਕੇਸਿਸ ਨੇ। 1043 ਦੇ ਕਰੀਬ ਹਸਪਤਾਲ ਦੇ ਵਿੱਚ ਮਰੀਜ਼ ਨੇ ਤੇ 23 ਹੋਰ ਮੌਤਾਂ ਇੱਥੇ ਦਰਜ ਕੀਤੀਆਂ ਜਾ ਚੁੱਕੀਆਂ ਨੇ। ਕਿਊਬੈਕ ਤੋਂ 1855 ਨਵੇਂ ਕੇਸ ਰਿਕਾਰਡ ਕੀਤੇ ਗਏ ਹਨ। ਹੁਣ ਤੱਕ 1,71,028 ਕੁੱਲ ਮਾਮਲੇ ਇੱਥੇ ਸਾਹਮਣੇ ਆ ਚੁੱਕੇ ਹਨ। 17,861 ਐਕਟਿਵ ਕੇਸ ਹਨ। ਇਸ ਵਾਇਰਸ ਕਾਰਨ 24 ਘੰਟਿਆਂ ਦੌਰਾਨ 22 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਮੈਨੀਟੋਬਾ ਤੋਂ 221 ਮਾਮਲਿਆਂ ਦੇ ਨਾਲ 14 ਕੋਵਿਡ-19 ਦੇ ਕਾਰਨ ਮੌਤਾਂ ਵੀ ਦਰਜ ਕੀਤੀਆਂ ਗਈਆਂ। 2247 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ ਹੁਣ ਤੱਕ ਤੇ 537 ਮੌਤਾਂ ਵੀ ਹੁਣ ਤੱਕ ਦਰਜ ਕੀਤੀਆਂ ਜਾ ਚੁੱਕੀਆਂ ਨੇ। ਕੁੱਲ 4,86,000 ਦੇ ਕਰੀਬ ਮਾਮਲੇ ਕੈਨੇਡਾ 'ਚ ਸਾਹਮਣੇ ਆ ਚੁੱਕੇ ਨੇ। 13,865 ਦੇ ਕਰੀਬ ਲੋਕਾਂ ਦੀ ਜਾਂਚ ਆ ਚੁੱਕੀ ਹੈ। 3,96,000 ਦੇ ਕਰੀਬ ਰਿਕਵਰਡ ਕੇਸਿਸ ਹਨ। ਸੋ ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਛੋਟੀਆਂ ਖਬਰਾਂ ਦੇ ਉੱਪਰ। ਓਨਟਾਰੀਓ ਦੇ ਵਿੱਚ ਲਾਕਡਾਊਨ ਦੀ ਉੱਠੀ ਮੰਗ, ਮਰੀਜ਼ਾਂ ਦੇ ਨਾਲ ਭਰੇ ਹਸਪਤਾਲ।
ਡਗਫੋਰਡ ਦਾ ਵੱਡਾ ਐਲਾਨ, ਲੌਂਗ ਟਰਮ ਬਾਰੇ ਕੀਤਾ ਗਿਆ ਐਲਾਨ। ਕੈਨੇਡਾ ਦੇ ਵਿੱਚ ਪੰਜਾਬੀ ਔਰਤ ਦੀ ਹੋਈ ਮੌਤ, ਡਿਲੀਵਰੀ ਵੈਨ ਨੇ ਮਾਰੀ ਟੱਕਰ। BC ਦੇ ਵਿੱਚ ਕੋਰੋਨਾ ਪੋਜ਼ਿਟਿਵ ਮਾਂ ਮਿਲੀ ਆਪਣੇ ਬੱਚੇ ਨੂੰ, ਸੀ ਸੈਕਸ਼ਨ ਦੇ ਰਾਹੀਂ ਦਿੱਤਾ ਸੀ ਬੱਚੇ ਨੂੰ ਜਨਮ। ਜੋ ਬਾਈਡਨ ਅਗਲੇ ਹਫ਼ਤੇ ਲਗਾਉਣਗੇ ਕੋਰੋਨਾ ਟੀਕਾ, ਲੋਕਾਂ ਦੇ ਡਰ ਨੂੰ ਖਤਮ ਕਰਨ ਦੇ ਲਈ ਚੁੱਕਿਆ ਗਿਆ ਇਹ ਕਦਮ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਕਿੰਨੇ ਆਏ ਮਾਮਲੇ ਸਾਹਮਣੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।